अस्सलाम दोस्तों, मैं ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਅੱਜ ਮੈਂ ਆਪਣੇ ਕਿਸਾਨ ਦੋਸਤਾਂ ਵਾਸਤੇ ਲਿਆ ਜਨਾਬ ਡੇਅਰੀ ਫਾਰਮ ਦਾ ਰਿਵਿਊ ਕਰਨਾ ਹੈ। ਤੇ ਇਹ ਇਸ ਵਾਸਤੇ ਮੈਂ ਕਰਨਾ ਕਿਉਂਕਿ ਜਿੰਨੇ ਵੀ ਪਾਕਿਸਤਾਨ ਦੇ ਕਿਸਾਨ ਹੈਗੇ ਨੇ ਤੇ ਉਸ ਤੋਂ ਇਲਾਵਾ ਜਿਹੜੇ ਓਵਰਸੀਜ਼ ਪਾਕਿਸਤਾਨੀ ਨੇ ਨਾ ਜਿਹੜੇ ਬਾਹਰ ਰਹਿੰਦੇ ਨੇ ਤੇ ਉੱਥੇ ਸਰਮਾਇਆ ਇਕੱਠਾ ਕੀਤਾ ਉਹਨਾਂ ਨੇ ਕਾਫੀ। ਤੇ ਉਹ ਕਹਿੰਦੇ ਨੇ ਵੀ ਬਾਹਰ ਦਾ ਮੁਲਕ ਛੱਡ ਕੇ ਅਸੀਂ ਆਪਣੇ ਪਾਕਿਸਤਾਨ ਵਿੱਚ ਜਾਵਾਂਗੇ ਤੇ ਅਸਾਂ ਨਾ ਗਾਵਾਂ ਦਾ ਮੱਝਾਂ ਦਾ ਇਹ ਕਾਰੋਬਾਰ ਕਰਾਂਗੇ। ਤੇ ਕੋਈ ਬੱਕਰੀਆਂ ਦਾ ਕਹਿੰਦਾ, ਕੋਈ ਬੱਚਿਆਂ ਦਾ ਕਹਿੰਦਾ, ਕੋਈ ਕੱਟਿਆਂ ਦਾ ਕਹਿੰਦਾ। ਤੇ ਅੱਜ ਅਸੀਂ ਜਨਾਬ ਸਪੈਸ਼ਲ ਇੱਕ ਡੇਅਰੀ ਫਾਰਮ 'ਤੇ ਆਏ ਹਾਂ ਤੇ ਜਿੱਥੇ ਮੇਰਾ ਖਿਆਲ ਕ੍ਰਾਸ ਗਾਈਆਂ ਹੈਗੀਆਂ ਨੇ ਤੇ ਇਹ ਹੈਗਾ ਜੀ ਅਬਦੁਲ ਬਾਸਤ ਸਾਹਿਬ ਦਾ ਫਾਰਮ ਹੈ। ਤਾਂ ਆਪਾਂ ਤਾਰਫ ਕਰਨੇ ਤਾਂ ਆਪਣਾ ਕੰਪਲੀਟ ਤਾਰਫ ਕਰਵਾਉਂਦੇ ਹੈਗੇ ਨੇ। अस्सलाम वालेकुम जी। वालेकुम सलाम। सर जी अपना कंप्लीट तारफ करवा दो दोस्तों ताकि उन्होंने पता लगे भी तुसां पहले की काम करते सन या पढ़ते सन या मुलाजमत करते सन या जमींदार करते सन ते अजकल तुसां ये फार्म ते तवज्जो दी हुई है। ये मेहरबानी करके दोस्तों सारे दसो अपना। जी जी, मेरा नाम अब्दुल बासित चिश्ती है और मैं इस तो पहले एजुकेशन की फील्ड सी। मैं MA इंग्लिश किया हुआ है, LLB किया हुआ है गुड। और उस तो बाद मैं बाहर चाइना दे विच इंग्लिश टीचर के तौर पर काम करता रहा। वेरी गुड। फिर पाकिस्तान आके तो मैं एक प्राइवेट स्कूल की फ्रेंचाइजी लई, ਉਹਦੇ ਵਿੱਚ मैं 4 साल ਜਿਹੜਾ ਨਾ ਉਹਨੂੰ ਰਨ ਕੀਤਾ ਹੈਗਾ। ਲੇਕਿਨ ਕਿਸੇ ਰੀਜ਼ਨ ਤੋਂ ਸਾਡੀ ਉਹ ਜਿਹੜੀ ਪਾਰਟਨਰਸ਼ਿਪ ਸੀ ਸਕੂਲ ਦੇ ਅੰਦਰ ਉਹ ਕੈਰੀ ਨਹੀਂ ਹੋ ਸਕੀ। ਮੈਂ ਉਸ ਫੀਲਡ 'ਚੋਂ ਆਊਟ ਹੋਇਆ ਤੇ ਫਿਰ ਮੈਂ ਕਾਫੀ ਦੇਰ ਸਟੱਡੀ ਕਰਦਾ ਰਿਹਾ ਕਿ ਕਿਹੜਾ ਫੀਲਡ ਚੁਣਿਆ ਜਾਵੇ ਜਿਹਦੇ 'ਚ ਗਰੋਥ ਵੀ ਹੋਵੇ, ਜਿਹਦੇ 'ਚ ਲਰਨਿੰਗ ਵੀ ਹੋਵੇ, ਜਿਹਦੇ 'ਚ ਕੋਈ ਲਾਈਫ ਸਟਾਈਲ ਵੀ ਹੋਵੇ ਤੇ ਜਿਹਦੇ 'ਚ ਅਰਨਿੰਗ ਵੀ ਹੋਏ। ਤੇ ਮੈਂ ਫਿਰ ਡੇਅਰੀ ਦਾ ਫੀਲਡ ਚੁਣਿਆ ਹੈਗਾ ਔਰ ਹੁਣ ਮੈਂ ਗੁਜ਼ਿਸ਼ਤਾ ਕੋਈ 8 ਮਹੀਨਿਆਂ ਤੋਂ ਹੈ ਇਸ ਫੀਲਡ ਵਿੱਚ ਕੰਮ ਕਰ ਰਿਹਾ। ਜੀ ਜਨਾਬ। ਤੇ ਇਸ ਤੋਂ ਇਲਾਵਾ ਤੁਹਾਡੇ ਕੋਲ ਕਿੰਨੇ ਜਾਨਵਰ ਰੱਖੇ ਹੋਏ ਨੇ ਤੇ ਜਦੋਂ ਸਟਾਰਟ ਕੀਤਾ ਕਿੰਨੇ ਜਾਨਵਰ ਤੋਂ ਸਟਾਰਟ ਕੀਤਾ ਹੈ? ਸਰ ਮੇਰੇ ਕੋਲ ਇਸ ਵਕਤ 9 ਜਾਨਵਰ ਨੇ ਔਰ ਇਹ ਮੈਂ ਸਟਾਰਟ ਦਰਅਸਲ ਕੀਤਾ ਸੀ ਹੀਫਰਾਂ ਤੋਂ। ਹੀਫਰ ਯਾਨੀ ਜਿਹੜੀ ਵੱਛੀਆਂ ਜਿਹੜੀ ਵੱਡੀ ਉਮਰ ਦੀਆਂ ਹੁੰਦੀਆਂ ਨੇ ਉਹ ਮੈਂ ਖਰੀਦੀਆਂ ਸੀ ਤੇ ਮੇਰਾ ਵਿਊ ਇਹ ਸੀ ਕਿ ਮੈਂ ਇਹਨਾਂ ਨੂੰ ਜਿਹੜਾ ਨਾ ਪਾਲ ਕੇ ਬੜਾ ਕਰਕੇ ਤੇ ਇਹਨਾਂ ਨੂੰ ਪ੍ਰੈਗਨੈਂਟ ਕਰਕੇ ਇਹਨਾਂ ਦੇ ਵਿੱਚੋਂ ਹੀ ਅੱਗੇ ਬੱਚੇ ਲਵਾਂਗਾ ਤੇ ਬਰੀਡ ਚਲਾਵਾਂਗਾ ਤੇ ਇਹਦੇ ਤੋਂ ਹੀ ਡੇਅਰੀ ਜਿਹੜੀ ਮਿਲਕਿੰਗ ਸਾਈਡ ਹੈ ਉਹ ਫੀਲਡ ਨੂੰ ਲੈ ਕੇ ਚੱਲਾਂਗਾ। ਲੇਕਿਨ ਉਹਦੇ ਵਿੱਚ ਇਹ ਹੋਇਆ ਕਿ ਜਿਹੜੇ ਵੱਛੀਆਂ ਸਨ ਨਾ ਉਹ ਕਿਸੇ ਰੀਜ਼ਨ ਤੋਂ ਉਹ ਮੈਂ ਕੈਰੀ ਨਹੀਂ ਕਰ ਸਕਿਆ। ਉਹਦੇ 'ਚ ਕੁਝ ਪ੍ਰੋਬਲਮ ਆ ਰਹੀ ਸੀ ਕਿ ਅਖਰਾਜਾਤ ਉਹਦੇ ਜ਼ਿਆਦਾ ਸੀ। ਸਿਰਫ ਇਨਪੁੱਟ ਅਸੀਂ ਦਿੱਤੀ ਜਾ ਰਹੀ ਸੀ, ਆਊਟਪੁੱਟ ਸਾਡੇ ਕੋਲ ਕੋਈ ਨਹੀਂ ਸੀ ਫਾਰਮ ਨੂੰ ਰਨ ਕਰਨ ਵਾਸਤੇ। ਜਿਹੜਾ ਬੈਕਅਪ ਤੇ ਹੈ ਸੀ ਉਹ ਕੁਛ ਅਰਸੇ ਬਾਅਦ ਸਾਨੂੰ ਫੀਲ ਹੋਇਆ ਕਿ ਸਾਡਾ ਫਿਊਚਰ ਜਿਹੜਾ ਨਾ ਇਸ ਹਵਾਲੇ ਨਾਲ ਅਸੀਂ ਤੰਗ ਹੋ ਜਾਵਾਂਗੇ। ਉਹ ਫਿਰ ਅਸੀਂ ਰਿਪਲੇਸ ਕੀਤਾ, ਕੋਈ ਦੋਸਤਾਂ ਨੇ ਰਹਿਨਮਾਈ ਦਿੱਤੀ ਹੈਗੀ ਤੇ ਅਸੀਂ ਮਿਲਕਿੰਗ ਹਰਡ ਵੱਲ ਆਏ। ਉਹ ਸਾਰਿਆਂ ਨੂੰ ਸੇਲ ਕਰਕੇ ਤੇ ਫਿਰ ਮੈਂ ਦੁੱਧ ਵਾਲੇ ਜਾਨਵਰ ਲਿਆਂਦੇ ਨੇ। ਤੇ ਮਤਲਬ ਵੀ ਉਹ ਪਹਿਲੇ ਵਾਲਾ ਕੰਮ ਨਹੀਂ ਠੀਕ ਰਿਹਾ? ਨਹੀਂ, ਉਹ ਨਹੀਂ ਸੂਟ ਨਹੀਂ ਕੀਤਾ। ਤੇ ਇਹ ਕਿੰਨੇ ਮੁਲਾਜ਼ਮ ਰੱਖੇ ਹੋਏ ਨੇ ਤੁਸਾਂ ਤੇ ਕਿੰਨੇ ਏਕੜ ਪੱਠੇ ਇਸਤੇਮਾਲ ਕਰਦੇ ਨੇ ਤੇ ਉਸ ਤੋਂ ਇਲਾਵਾ ਜਿਹੜਾ ਨਾ ਮੇਰਾ ਖਿਆਲ ਵੀ ਸਾਈਲੇਜ ਵੀ ਪਿਆ ਤੁਹਾਡੇ ਕੋਲ ਤੇ ਇਹ ਖੁਰਾਕ ਦੇ ਬਾਰੇ ਸਾਨੂੰ ਦੱਸੋ ਵੀ ਕਿੰਨਾ ਕੋਈ ਇਸ 'ਤੇ ਖਰਚਾ ਆਉਂਦਾ ਹੈ? ਮੁਲਾਜ਼ਮ ਦਾ ਕਿੰਨਾ ਖਰਚਾ ਆਉਂਦਾ ਵੀ ਉਹ ਕਿੰਨੇ ਬੰਦੇ ਰੱਖੇ ਹੋਏ ਨੇ, ਕਿੰਨਾ ਆਪਾਂ ਨੂੰ ਪੇ ਕਰਨਾ ਪੈਂਦਾ? ਹਾਲ ਦੀ ਘੜੀ 'ਚ ਮੇਰੇ ਕੋਲ ਇੱਕ ਮੁਲਾਜ਼ਮ ਹੈ। ਜਦੋਂ ਸਟਾਰਟ ਕੀਤਾ ਸੀ ਉਦੋਂ ਤੇ ਇੱਕ ਹੀ ਰੱਖਿਆ ਸੀ। ਹੁਣ ਵੀ ਰੈਗੂਲਰ ਜਿਹੜਾ ਮੁਲਾਜ਼ਮ ਹੈ ਉਹ ਇੱਕ ਹੀ ਹੈ। ਲੇਕਿਨ ਇੱਕ ਮੈਂ ਜਿਹੜਾ ਹੈ ਨਾ ਉਹ ਪਾਰਟ ਟਾਈਮ ਵਰਕਰ ਰੱਖਿਆ ਹੋਇਆ ਹੈ। ਉਹ ਚੁਆਈ ਟਾਈਮ ਜਿਹੜਾ ਹੈ ਨਾ ਸਿਰਫ ਆ ਕੇ ਸਾਡੀ ਹੈਲਪ ਕਰਦਾ ਹੈਗਾ। ਤੇ ਇਹਦੇ ਫੀਡ ਜਾਂ ਚਾਰਾ ਹੈ ਇਹਦੀ ਕੈਲਕੂਲੇਸ਼ਨ ਜਿਹੜੀ ਹੈ ਨਾ ਇਹ ਟਾਈਮ ਟੂ ਟਾਈਮ ਜਿਹੜਾ ਨਾ ਤੁਸੀਂ ਇਹਦੇ ਸਹੀ ਰਿਜ਼ਲਟ 'ਤੇ ਪਹੁੰਚਦੇ ਹੋ। ਸਟਾਰਟ ਦੇ ਵਿੱਚ ਇਹਦਾ ਜਿਹੜਾ ਨਾ ਟੇਬਲ ਵਰਕ ਕਰਨਾ ਥੋੜ੍ਹਾ ਜਿਹਾ ਕੰਪਲੀਕੇਟਿਡ ਹੋ ਜਾਂਦਾ ਹੈਗਾ। ਅਲਬੱਤਾ ਇਹ ਹੈ ਕਿ ਇਹਦੇ 'ਚ ਮੈਂ ਜਿੰਨੇ ਕੁ ਜਾਨਵਰ ਰੱਖੇ ਨੇ ਮੇਰੇ ਕੋਲ 3 ਏਕੜ ਚਾਰਾ ਹੈ। ਤੇ ਇਹ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਸੀਜ਼ਨ ਹੁੰਦਾ ਨਾ ਚਾਰੇ ਦੀ ਗਰੋਥ ਦਾ ਉਸ ਵੇਲੇ ਤੇ 1.5 ਏਕੜ ਵੀ ਕੰਮ ਦੇ ਰਿਹਾ ਹੁੰਦਾ ਹੈਗਾ। ਲੇਕਿਨ ਜਿਸਲੇ ਆਫ ਸੀਜ਼ਨ ਹੁੰਦਾ ਹੈ ਕੋਈ ਮੌਸਮੀ ਸਟ੍ਰੈਸ ਆ ਜਾਂਦੀ ਹੈਗੀ ਹੈ ਉਸ ਵੇਲੇ ਸਾਨੂੰ ਫਿਰ ਜ਼ਿਆਦਾ ਜ਼ਮੀਨ ਹੋਵੇ ਤਾਂ ਉਹਦਾ ਸਾਨੂੰ ਫਾਇਦਾ ਹੁੰਦਾ ਹੈ ਕਿ ਉਹ ਸਾਡਾ ਚਾਰਾ ਪੂਰਾ ਹੋ ਜਾਂਦਾ ਹੈਗਾ। ਤੇ ਚਾਰੇ ਦੇ ਵਿੱਚ ਜਿਹੜੀ ਮੇਨ ਆਈਟਮ ਹੈ ਉਹ ਸਾਈਲੇਜ ਹੈ। ਅਸੀਂ ਸਟਾਰਟ ਦੇ ਵਿੱਚ ਸਾਈਲੇਜ 'ਤੇ ਨਹੀਂ ਸ਼ਿਫਟ ਹੋਏ ਸੀ ਲੇਕਿਨ ਇਹ ਸਾਨੂੰ ਇਦਰਾਕ ਹੋਇਆ ਕਿ ਸਾਨੂੰ ਸਟਾਰਟ ਤੋਂ ਹੀ ਸਾਈਲੇਜ ਵੱਲ ਆਉਣਾ ਚਾਹੀਦਾ ਸੀ। ਅਗਰ ਵਰਕਿੰਗ ਜਾਨਵਰ ਰੱਖਣੇ ਨੇ तो पहले साइलेज का अरेंजमेंट होना चाहिए है।
ਡੇਅਰੀ ਦੇ ਵਿੱਚ देयर इज़ नो concept of dairy without silage ਔਰ ਸਾਈਲੇਜ ਹੋਣਾ ਬਹੁਤ ਜ਼ਰੂਰੀ ਹੈਗਾ। ਸਹੀ ਹੋ। ਇਹ ਜ਼ਮੀਨ 3 ਏਕੜ ਦੇ 4 ਦੀ ਵਾਲੀ ਆਪਣੀ ਹੈ ਜਾਂ ਠੇਕੇ ਤੇ ਲਈ ਹੋਈ ਹੈ, ਇਸ ਦੇ ਬਾਰੇ ਵੀ ਦੱਸ ਦਿਓ। ਇਹ ਜ਼ਮੀਨ ਮੇਰੇ ਕੋਲ ਠੇਕੇ ਤੇ ਹੈ ਔਰ 60,000 ਲਾਸਟ ਈਅਰ ਦਾ ਠੇਕਾ ਸੀ, 65,000 ਇਹ ਰਨਿੰਗ ਈਅਰ ਵਿੱਚ ਅਸੀਂ ਇਹਦਾ ਠੇਕਾ ਪੇ ਕਰ ਰਹੇ ਹਾਂ। ਤੇ ਸਾਡੇ ਕੋਲ ਆਪਣਾ ਰਕਬਾ ਵੀ ਹੈ ਨਾਲ, ਲੇਕਿਨ ਇਹ ਸਾਨੂੰ ਕਰੀਬ ਪੈਂਦਾ, ਉਹਨੂੰ ਫਿਰ ਜਿਹੜਾ ਆਪਣਾ ਉਹ ਅਸੀਂ ਅੱਗੇ ਠੇਕੇ ਦਿੱਤਾ ਹੈ, ਇਹ ਅਸੀਂ ਜਿਹੜਾ ਹੈ ਨਾ ਠੇਕੇ ਤੇ ਖੁਦ ਅੱਗੋਂ ਅਸੀਂ ਐਕਵਾਇਰ ਕੀਤਾ ਹੋਇਆ ਹੈ। ਤੇ ਇਹ ਠੇਕਾ ਤੇ ਖਰਚਾ ਤੇ ਫੈਲਿੰਗ ਦਾ ਖਰਚਾ ਤੇ ਮੁਲਾਜ਼ਮ ਦੀ ਨੌਕਰੀ ਤੇ ਜਿਹੜਾ ਮਿਲਕਿੰਗ ਦੀ ਪ੍ਰੋਡਕਸ਼ਨ ਦੁੱਧ ਪੈਦਾਵਾਰ ਹੁੰਦੀ ਪਈ ਹੈ, ਇਹਦੀ ਬਚਤ ਜ਼ਿਆਦਾ ਹੈ ਜਾਂ ਉਹਦੇ ਕਿੰਨਾ ਕੁ ਫਾਇਦਾ ਆ ਜਾਂਦਾ ਹੈ ਵੀ ਦੂਸਰੇ ਜਿਹੜੇ ਨਵੇਂ ਬੰਦੇ ਨੂੰ ਇਸ ਸ਼ੋਬੇ ਜਾਵਣ ਤੇ ਉਹਨਾਂ ਨੂੰ ਪਰ ਮਹੀਨਾ ਕਿੰਨਾ ਕੁ ਬਚ ਸਕਦਾ ਹੈ ਇਹ 9 ਜਾਨਵਰਾਂ 'ਚ ਜਿੰਨੇ 9 ਆਪਾਂ ਰੱਖੇ ਹੋਏ ਨੇ। ਸਰ ਜਿਹੜੇ ਨਏ ਲੋਕ ਇਸ ਕੰਮ ਵਿੱਚ ਆਉਣਾ ਚਾਹ ਰਹੇ ਨੇ ਉਹਨਾਂ ਨੂੰ ਸਭ ਤੋਂ ਪਹਿਲੇ ਤਾਂ ਇਹ ਚੀਜ਼ ਮਾਈਂਡ ਵਿੱਚ ਰੱਖਣੀ ਚਾਹੀਦੀ ਹੈ ਕਿ ਇਸ ਕਾਰੋਬਾਰ ਦੇ ਵਿੱਚ ਜਿਹੜੀ ਤੁਹਾਨੂੰ ਰਿਟਰਨ ਓਵਰ ਇਨਵੈਸਟਮੈਂਟ ਹੈ ਉਹ ਤੁਹਾਨੂੰ ਫੌਰੀ ਨਹੀਂ ਮਿਲਦੀ ਹੈਗੀ। ਠੀਕ ਹੋ ਗਿਆ। ਅਗਰ ਤੁਹਾਨੂੰ ਫੌਰੀ ਮਿਲਦੀ ਵੀ ਹੈ ਤੇ ਉਹ ਤੁਹਾਡੀ ਵਿੱਚ ਹੀ ਯੂਟਿਲਾਈਜ਼ ਹੋ ਜਾਂਦੀ ਹੈ। ਇਹਦੇ ਵਿੱਚ ਤੁਹਾਨੂੰ ਅਸਲ ਜਿਹੜਾ ਪ੍ਰੋਫਿਟ ਹੈ ਉਹ ਉਸ ਵੇਲੇ ਆਉਂਦਾ ਹੈਗਾ ਜਿਸ ਵੇਲੇ ਤੁਹਾਡੇ ਜਾਨਵਰਾਂ ਨੇ ਬੱਚੇ ਦੇ ਦਿੱਤੇ ਨੇ, ਉਹ ਬੱਚਿਆਂ ਨੇ ਅੱਗੂ ਬੱਚੇ ਦੇ ਦਿੱਤੇ ਨੇ, ਉਹ 3 ਤੋਂ 5 ਸਾਲ ਦੇ ਵਿੱਚ ਜਿਸਲੇ ਇੱਕ ਹਰਡ ਬੜਾ ਤਿਆਰ ਹੋ ਜਾਂਦਾ ਹੈਗਾ, ਉਹ ਜਿਸਲੇ ਹਰਡ ਬੜਾ ਤਿਆਰ ਹੋ ਜਾਂਦਾ ਹੈਗਾ ਤੇ ਤੁਹਾਡੇ ਜਿਹੜੇ ਵੱਡੇ ਐਨੀਮਲ ਨੇ ਉਹਨਾਂ ਨੂੰ ਤੁਸੀਂ ਓਵਰਫਲੋ ਦੇ ਵਿੱਚ ਸੇਲ ਕਰਨਾ ਸ਼ੁਰੂ ਕਰ ਦਿੰਦੇ ਹੋ। ਛੋਟੇ ਜਿਹੜੇ ਨੇ ਉਹ ਬੜਿਆਂ ਦੀ ਜਗ੍ਹਾ ਲੈ ਲੈਂਦੇ ਨੇ, ਉਹ ਜਿਹੜਾ ਤੁਹਾਨੂੰ ਉਹਦੇ ਨਾਲ ਰੈਵਨਿਊ ਜਨਰੇਟ ਹੁੰਦਾ ਹੈ ਬੜੇ ਐਨੀਮਲ ਸੇਲ ਕਰਕੇ, ਤੇ ਉਹ ਤੁਹਾਡਾ ਅਸਲ ਇਹਦੇ ਵਿੱਚ ਪ੍ਰੋਫਿਟ ਹੈਗਾ। ਔਰ ਬਾਕੀ ਸਟਾਰਟ ਦੇ ਵਿੱਚ ਜਿਹੜਾ ਹੈ ਨਾ ਜੀ ਤੁਹਾਨੂੰ ਜੋ ਦੁੱਧ ਦੀ ਚੁਆਈ ਵਗੈਰਾ ਹੁੰਦੀ ਹੈ, ਦੁੱਧ ਸੇਲ ਹੁੰਦਾ ਹੈਗਾ, ਉਹਦੇ ਨਾਲ ਅਖਰਾਜਾਤ ਨਿਕਲਦੇ ਹੈਗੇ ਨੇ, ਲੇਕਿਨ ਉਹ ਬਾਅਦ ਵਕਤ ਇਸ ਤਰ੍ਹਾਂ ਹੁੰਦਾ ਹੈਗਾ ਕਿ ਤੁਸੀਂ ਸਟਾਰਟ ਕੀਤਾ ਹੈਗਾ ਕੋਈ 8-10 ਜਾਨਵਰਾਂ ਤੋਂ ਸਟਾਰਟ ਲਿਆ ਹੈਗਾ ਤੇ ਤੁਸੀਂ ਸਾਰੇ ਜਾਨਵਰ ਹੀ ਲੈ ਨੇ ਜਿਹੜੇ ਫੁੱਲ ਪੈਕ ਹੈਗੇ ਨੇ ਮਿਲਕ ਤੋਂ, ਯਾਨੀ ਫਰੈਸ਼ ਐਨੀਮਲ ਲੈ ਨੇ ਜਿਹੜੇ ਤਾਜ਼ਾ ਸੂਏ ਨੇ ਜਾਂ ਸੂਣ ਵਾਲੇ ਨੇ ਅਨਕਰੀਬ ਬਹੁਤ ਜਲਦ, ਉਹ ਤੁਹਾਨੂੰ ਅੱਛਾ ਦੁੱਧ ਦੇਣਗੇ। ਸਾਰੇ ਜਾਨਵਰ ਦੁੱਧ ਦੇ ਰਹੇ ਹੋਣਗੇ, ਤੁਹਾਡੇ ਅਖਰਾਜਾਤ ਵੀ ਨਿਕਲਣਗੇ, ਤੁਹਾਨੂੰ ਪ੍ਰੋਫਿਟ ਵੀ ਸ਼ੋ ਹੋ ਰਿਹਾ ਹੋਵੇਗਾ। ਲੇਕਿਨ ਉਸ ਤੋਂ ਬਾਅਦ ਇੱਕ ਡਰਾਈ ਪੀਰੀਅਡ ਆਉਂਦਾ ਹੈਗਾ, ਉਸ ਡਰਾਈ ਪੀਰੀਅਡ ਵਿੱਚ ਤੁਹਾਡਾ ਦੁੱਧ ਘਟ ਜਾਂਦਾ ਹੈਗਾ, ਲੇਕਿਨ ਤੁਹਾਡੇ ਅਖਰਾਜਾਤ ਆਲਮੋਸਟ ਉਹੀ ਚੱਲ ਰਹੇ ਹੁੰਦੇ ਨੇ। ਲਿਹਾਜ਼ਾ ਉਹ ਜਿਹੜੀ ਤੁਹਾਨੂੰ ਬਚਤ ਆਈ ਵੀ ਹੁੰਦੀ ਹੈ ਉਹ ਵੀ ਫਾਰਮ ਦੇ ਵਿੱਚ ਯੂਜ਼ ਹੋ ਜਾਂਦੀ ਹੈ ਡਰਾਈ ਪੀਰੀਅਡ ਦੇ ਦੌਰਾਨ, ਤੇ ਉਹਨੂੰ ਅਸੀਂ ਨਹੀਂ ਕੰਸੀਡਰ ਕਰਦੇ ਕਿ ਉਹ ਜਿਹੜਾ ਸਾਨੂੰ ਸਟਾਰਟ ਵਿੱਚ ਹੀ ਆ ਰਿਹਾ ਉਹ ਪ੍ਰੋਫਿਟ ਹੈ। ਪ੍ਰੋਫਿਟ ਉਹ ਹੀ ਹੈਗਾ ਜਿਹੜਾ ਤੁਹਾਡਾ ਵਕਤ ਦੇ ਨਾਲ ਨਾਲ ਤੁਹਾਡਾ ਹਰਡ ਵੱਧ ਰਿਹਾ, ਤੁਹਾਡੇ ਜਾਨਵਰਾਂ ਦੀ ਤਾਦਾਦ ਜ਼ਿਆਦਾ ਹੋ ਰਹੀ ਹੈ ਔਰ ਉਹਦੇ ਨਾਲ ਉਹ ਤੁਹਾਡੀ ਸੇਵਿੰਗ ਹੋ ਰਹੀ ਹੈ, ਜਿਹੜੇ ਤੁਹਾਡੇ ਐਨੀਮਲ ਤਾਦਾਦ ਵੱਧ ਰਹੀ ਹੈ, ਉਹ ਸੇਵਿੰਗ ਹੈ, ਉਹ ਕਿਸੇ ਵੀ ਵਕਤ ਵੀ ਤੁਸੀਂ ਉਹਦੇ ਵਿੱਚੋਂ ਕੋਈ ਚੀਜ਼ ਸੇਲ ਕਰਦੇ ਹੋ ਤੇ ਉਹ ਤੁਹਾਨੂੰ ਪ੍ਰੋਫਿਟ ਆਉਂਦਾ ਹੈਗਾ। ਤੇ ਤੁਸੀਂ ਕਿਹੜੀ ਨਸਲ ਦੀਆਂ ਗਾਵਾਂ ਰੱਖੀਆਂ ਹੋਈਆਂ ਨੇ ਤੇ ਕਿੰਨੇ ਤੋਂ ਲੈ ਕੇ ਇਹਨਾਂ ਦੀ ਕਿੰਨੀ ਕੀਮਤ ਸੀ ਜਦੋਂ ਤੁਸੀਂ ਇਹਨਾਂ ਨੂੰ ਇਸਤੇਮਾਲ ਕੀਤਾ ਆਪਣੇ ਫਾਰਮ 'ਚ ਲਿਆਂਦੀਆਂ ਨੇ, ਤਾਂ ਕਿ ਨਵੇਂ ਬੰਦੇ ਨੂੰ ਵੀ ਪਤਾ ਚੱਲ ਜਾਵੇ ਵੀ ਮੈਂ ਇੰਨੇ ਵਾਲੀ ਜਿਹੜੀ ਹੈ ਨਾ ਗਾਏ ਉਹ ਲੈਣੀ ਹੈ, ਖਰੀਦਣੀ ਹੈ, ਛੋਟੀ ਖਰੀਦਣੀ ਜਾਂ ਬੜੀ ਖਰੀਦਣੀ ਹੈ, ਇਸ ਦੇ ਬਾਰੇ ਵੀ ਦੱਸ ਦਿਓ। ਉਹ ਦੋਸਤ ਇਸ ਕਾਰੋਬਾਰ ਬਾਰੇ ਸੋਚ ਰਹੇ ਨੇ ਬਰੀਡ ਦੇ ਹਵਾਲੇ ਨਾਲ ਮੈਂ ਆਪਣੀ ਦੱਸ ਦੇਣਾ ਕਿ ਮੇਰੇ ਕੋਲੇ ਕ੍ਰਾਸ ਬਰੀਡ ਹੈ ਤੇ ਕੁਝ ਜਾਨਵਰ ਮੇਰੇ ਕੋਲੇ ਪਿਓਰ ਬਰੀਡ ਵੀ ਹੈ ਨੇ। ਠੀਕ ਹੋ। ਤੇ ਇਹਦੇ ਵਿੱਚ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਹੈ ਕਿ ਜਾਨਵਰ ਥੋੜੀ ਏਜ ਦਾ ਖਰੀਦੋ, ਜਿਹੜਾ ਜਾਨਵਰ ਅਜੇ ਪਹਿਲੇ ਜਾਂ ਦੂਸਰੇ ਸੂਏ ਦਾ ਜਾਨਵਰ ਖਰੀਦੋ ਤਾਂ ਕਿ ਉਹ ਜਾਨਵਰ ਤੁਹਾਡੇ ਕੋਲੇ ਜ਼ਿਆਦਾ ਤੋਂ ਜ਼ਿਆਦਾ ਸੂਏ ਦੇਵੇ ਔਰ ਤੁਹਾਡੇ ਫਾਰਮ ਦੀ ਤੁਹਾਡੇ ਫਾਰਮ ਨੂੰ ਉਹ ਇੱਕ ਮਜ਼ਬੂਤ ਬੁਨਿਆਦ ਫਰਾਹਮ ਕਰੇਗਾ। ਯਾਨੀ ਉਹ ਜਾਨਵਰ ਤੁਸੀਂ ਇੱਕ ਦਫਾ, ਕਿਉਂਕਿ ਜਿਹੜੀ ਪਰਚੇਜ਼ਿੰਗ ਹੈ ਨਾ ਇਹ ਇੱਕ ਬੜਾ ਕਰੂਸ਼ਲ ਟਾਸਕ ਹੁੰਦਾ ਹੈ। ਪਰਚੇਜ਼ਿੰਗ ਦੇ ਵਿੱਚ ਸਟਾਰਟ ਦੇ ਵਿੱਚ ਤੁਹਾਨੂੰ ਕੁਝ ਮਾਰ ਵੀ ਪੈ ਜਾਂਦੀ ਹੈ, ਖਰੀਦਦਾਰੀ ਦੇ ਵਿੱਚ ਕੁਝ ਜਾਨਵਰ ਤੁਸੀਂ ਅੱਛੇ ਖਰੀਦ ਲੈਂਦੇ ਹੋ ਮੁਨਾਸਿਬ ਕੀਮਤ ਤੇ, ਕੁਝ ਜਾਨਵਰ ਤੁਹਾਨੂੰ ਅੱਛੇ ਨਹੀਂ ਮਿਲਦੇ ਹੈਗੇ, ਤੁਸੀਂ ਜ਼ਿਆਦਾ ਕੀਮਤ ਉਹਦੀ ਦੇ ਬੈਠਦੇ ਹੋ। ਲਿਹਾਜ਼ਾ ਬਾਰ-ਬਾਰ ਪਰਚੇਜ਼ਿੰਗ ਨਹੀਂ ਕੀਤੀ ਜਾਂਦੀ ਤੇ ਅਗਰ ਤੁਸੀਂ ਜਾਨਵਰ ਹੈਲਥੀ ਔਰ ਯੰਗ ਐਨੀਮਲ ਲਵੋਗੇ ਤੇ ਉਹ ਤੁਹਾਨੂੰ ਫਿਰ ਬਾਰ-ਬਾਰ ਖਰੀਦਦਾਰੀ ਵੱਲ ਤੁਹਾਨੂੰ ਨਹੀਂ ਜਾਣਾ ਪਏਗਾ। ਉਹ ਜਾਨਵਰ ਤੁਹਾਡਾ ਕਾਫੀ ਟਾਈਮ ਗੁਜ਼ਾਰਨਗੇ, ਉਹ ਤੁਹਾਨੂੰ ਇੱਕ ਸੂਆ ਦੇਣਗੇ, ਫਿਰ ਦੂਸਰਾ ਦੇਣਗੇ, ਫਿਰ ਤੀਸਰਾ ਦੇਣਗੇ ਤੇ ਉਸ ਤੋਂ ਬਾਅਦ ਤੁਹਾਨੂੰ ਚੌਥੇ, ਪੰਜਵੇਂ, ਛੇਵੇਂ ਜਾਨਵਰ ਦੀ ਸਿਹਤ ਦੇ ਮੁਤਾਬਕ ਜਿਸਲੇ ਤੁਹਾਨੂੰ ਫੀਲ ਹੋਵੇ ਕਿ ਇਹ ਜਾਨਵਰ ਹੁਣ ਸਾਡੇ ਫਾਰਮ ਤੇ ਪਰਫਾਰਮ ਨਹੀਂ ਕਰ ਪਾਏਗਾ, ਉਸ ਵੇਲੇ ਤੁਸੀਂ ਉਹਨੂੰ ਕੱਲ ਕਰ ਦਿਓ, ਉਹਨੂੰ ਤੁਸੀਂ ਵੇਚ ਦਿਓ। ਬਸ ਭਾਈ ਮੇਰਾ ਇੱਕ ਹੋਰ ਸਵਾਲ ਹੈ ਵੀ ਬਾਸ ਦੋਸਤ ਕਹਿੰਦੇ ਨੇ ਵੀ ਦੇਸੀ ਗਾਏ ਹੁੰਦੀ ਹੈ, ਇੱਕ ਸਾਹੀਵਾਲ ਨਸਲ ਹੈ, ਇੱਕ ਕ੍ਰਾਸ ਹੈ, ਇੱਕ ਵਿਲਾਇਤੀ ਹੈ ਤੇ ਵਿਲਾਇਤੀ ਗਰਮੀ ਨਹੀਂ ਬਰਦਾਸ਼ਤ ਕਰਦੀ, ਤੇ ਤੁਹਾਡਾ ਇਹਨਾਂ ਦੇ ਬਾਰੇ ਕੀ ਤਜਰਬਾ ਹੈ ਵੀ ਕਿਸ ਗਾਏ ਦੇ ਵਿੱਚ ਹੈ ਕੀ ਕਹਿੰਦੇ ਨੇ ਵਿੱਚ
ਤਾਕਤ ਹੈਗੀ ਹੈ ਵੀ ਉਹ ਗਰਮੀ ਬਰਦਾਸ਼ਤ ਕਰਨ ਦੀ, ਉਹਨਾਂ ਦੇ ਬਾਰੇ ਤਫਸੀਲੀ ਗੁਫ਼ਤਗੂ ਕਰ ਦਿਓ ਸਾਨੂੰ। ਇਹ ਗੱਲ ਬਿਲਕੁਲ ਠੀਕ ਹੈ ਕਿ ਜਿਹੜੇ ਸਾਡੇ ਲੋਕਲ ਐਨੀਮਲ ਨੇ ਇਹਨਾਂ ਦੇ ਵਿੱਚ ਇਮਿਊਨਿਟੀ ਜ਼ਿਆਦਾ ਹੁੰਦੀ ਹੈ, ਹੀਟ ਸਟ੍ਰੈਸ ਨੂੰ ਇਹ ਜ਼ਿਆਦਾ ਬਿਹਤਰ ਤਰੀਕੇ ਨਾਲ ਉਹਦੇ ਨਾਲ ਫਾਈਟ ਕਰ ਸਕਦੇ ਨੇ। ਲੋਕਲ ਜੋ ਸਾਡੀ ਬਰੀਡ ਹੈ, ਮਤਲਬ ਸਾਹੀਵਾਲ ਹੈ ਜਾਂ ਚੋਲਸਤਾਨੀ ਹੈ ਜਾਂ ਦੇਸੀ ਗਾਵਾਂ ਨੇ। ਲੇਕਿਨ ਅਗਰ ਤੁਸੀਂ ਕਮਰਸ਼ੀਅਲ ਡੇਰੀ ਫਾਰਮਿੰਗ ਦੇ ਕਨਸੈਪਟ ਨੂੰ ਲੈ ਕੇ ਚੱਲ ਰਹੇ ਹੋ ਤਾਂ ਜ਼ਾਹਿਰ ਹੈ ਤੁਸੀਂ ਉਹਦੇ ਵਿੱਚੋਂ ਕੁਝ ਅਰਨ ਕਰਨਾ ਚਾਹੁੰਦੇ ਹੋ। ਤੁਸੀਂ ਅਰਨ ਕਰਨਾ ਚਾਹੁੰਦੇ ਹੋ ਤੇ ਇਹ ਜਿਹੜੇ ਲੋਕਲ ਸਾਡੀ ਬਰੀਡ ਹੈ ਇਹ ਇਤਨੀ ਜ਼ਿਆਦਾ ਤੁਹਾਨੂੰ ਪੈਦਾਵਾਰ ਦੁੱਧ ਦੀ ਨਹੀਂ ਦੇਵੇਗੀ, ਲਿਹਾਜ਼ਾ ਤੁਹਾਨੂੰ ਕ੍ਰਾਸ ਬਰੀਡ ਤੇ ਪਿਓਰ ਬਰੀਡ ਵੱਲ ਜਾਣਾ ਪਵੇਗਾ। ਹੁਣ ਸਵਾਲ ਇਹ ਹੈ ਕਿ ਕ੍ਰਾਸ ਬਰੀਡ ਤੇ ਪਿਓਰ ਬਰੀਡ ਜਿਹੜੀ ਹੈ ਉਹ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਹੀਟ ਸਟ੍ਰੈਸ ਦੇ ਹਵਾਲੇ ਨਾਲ ਜਾਂ ਹੋਰ ਵੀ ਦੀਗਰ ਹਵਾਲਿਆਂ ਨਾਲ ਵੀ ਉਹ ਜ਼ਿਆਦਾ ਸੈਂਸਿਟਿਵ ਜਾਨਵਰ ਹੁੰਦੇ ਨੇ। ਇਹ ਗੱਲ ਵੀ ਦਰੁਸਤ ਹੈ। ਉਹਦਾ ਹੱਲ ਇਹ ਹੈਗਾ ਕਿ ਤੁਸੀਂ ਜਾਨਵਰਾਂ ਨੂੰ ਉਹਨਾਂ ਨੂੰ ਅੱਛਾ এনवायरमेंट ਦਿਓ, ਟੈਂਪਰੇਚਰ ਕੰਟਰੋਲ ਕਰੋ। ਅਗਰ ਤੁਸੀਂ ਪਿਓਰ ਜਾਨਵਰ ਲੈ ਕੇ ਆਏ ਹੋ ਤਾਂ ਫਿਰ ਤੁਹਾਨੂੰ ਉਹਦੇ ਵਾਸਤੇ ਸ਼ਾਵਰ ਔਰ ਫੈਨ ਦੇਣਾ ਜ਼ਰੂਰੀ ਹੈ। ਅਗਰ ਤੁਸੀਂ ਕੰਟਰੋਲ ਟੈਂਪਰੇਚਰ ਨਹੀਂ ਦਿਓਗੇ ਤਾਂ ਉਹ ਸਰਵਾਈਵ ਨਹੀਂ ਕਰਨਗੇ। ਹੁਣ ਇਹਦੇ 'ਚ ਦੋ ਚੀਜ਼ਾਂ ਆ ਜਾਂਦੀਆਂ ਨੇ, ਇੱਕ ਤੇ ਕ੍ਰਾਸ ਐਨੀਮਲ ਹੈ ਔਰ ਇੱਕ ਪਿਓਰ ਐਨੀਮਲ ਹੈ। ਜਿੱਥੋਂ ਤੱਕ ਬਰਦਾਸ਼ਤ ਕਰਨ ਦੀ ਗੱਲ ਹੈ, ਬਰਦਾਸ਼ਤ ਅਸੀਂ ਇਹ ਦੇਖਣਾ ਹੈਗਾ ਕਿ ਜਾਨਵਰ ਪਰਫਾਰਮ ਕਿਹੜੇ এনवायरमेंट 'ਚ ਕਰਦਾ ਹੈਗਾ। ਚਾਹੇ ਕ੍ਰਾਸ ਬਰੀਡ ਹੈ ਚਾਹੇ ਪਿਓਰ ਬਰੀਡ ਹੈ, ਉਹਦੀ ਅੱਛੀ ਪਰਫਾਰਮੈਂਸ ਲੈਣ ਵਾਸਤੇ ਤੁਹਾਨੂੰ ਉਹਨੂੰ ਗਰਮੀਆਂ ਦੇ ਵਿੱਚ ਇੱਕ ਕੰਟਰੋਲ ਟੈਂਪਰੇਚਰ ਦੇਣਾ ਪਏਗਾ। ਔਰ ਉਹਦੇ 'ਚ ਇਹ ਗੱਲ ਅਗਰ ਤੁਸੀਂ ਕਰੋ ਕਿ ਜਾਨਵਰ ਜ਼ਿੰਦਾ ਬਚ ਜਾਵਣ ਹੈਗੇ ਤੇ ਕ੍ਰਾਸ ਜ਼ਿੰਦਾ ਤਾਂ ਬਚ ਜਾਵੇਗੀ ਲੇਕਿਨ ਤੁਹਾਨੂੰ ਦੁੱਧ ਨਹੀਂ ਦੇਵੇਗੀ ਅਨਲੈਸ ਕਿ ਤੁਸੀਂ ਉਹਨੂੰ ਅੱਛਾ ਇੱਕ ਕੰਟਰੋਲ ਟੈਂਪਰੇਚਰ, ਉਹਨਾਂ ਨੂੰ ਫੈਨ ਔਰ ਉਹਨਾਂ ਨੂੰ ਸ਼ਾਵਰ ਵਗੈਰਾ ਦਾ ਅਗਰ ਤੁਸੀਂ ਅਰੇਂਜ ਕਰਦੇ ਹੋ। ਤੇ ਪਿਓਰ ਜਿਹੜੀ ਹੈ ਉਹਦਾ ਤੇ ਕੋਈ ਵਈਦ ਨਹੀਂ ਹੈਗਾ ਕਿ ਉਹ ਗਰਮੀ ਦੇ ਵਿੱਚ ਉਹ ਗਰਮੀ ਨੂੰ ਬਰਦਾਸ਼ਤ ਨਾ ਕਰੇ ਔਰ ਉਹਦੀ ਕੈਜੂਅਲਟੀ ਵੀ ਹੋ ਸਕਦੀ ਹੈ। ਲਿਹਾਜ਼ਾ ਕਨਸੈਪਟ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਪਰਫਾਰਮੈਂਸ ਲੈਣੀ ਹੈ, ਚਾਹੇ ਪਿਓਰ ਜਾਨਵਰ ਹੈ ਚਾਹੇ ਕ੍ਰਾਸ ਹੈ, ਤੁਸੀਂ ਉਹਨਾਂ ਵਾਸਤੇ ਅੱਛਾ ਮਾਹੌਲ, ਕੰਟਰੋਲ ਟੈਂਪਰੇਚਰ ਉਹਨਾਂ ਵਾਸਤੇ ਤੁਸੀਂ ਉਹਦਾ ਬੰਦੋਬਸਤ ਜ਼ਰੂਰ ਕਰੋ ਹੈਗੇ। ਤੇ ਬਸ ਬਈ ਇਹਨੂੰ ਜਦੋਂ ਤੁਸੀਂ ਦੁੱਧ ਚੋਂਦੇ ਨੇ ਤੇ ਉਹ ਮਸ਼ੀਨ ਦੇ ਜ਼ਰੀਏ ਨਾਲ ਚੋਂਦੇ ਨੇ ਜਾਂ ਹੱਥਾਂ ਨਾਲ ਤੁਹਾਡਾ ਮੁਲਾਜ਼ਮ ਚੋਂਦਾ ਹੈ, ਉਹ ਕੀ ਤਰੀਕਾਕਾਰ ਅਖਤਿਆਰ ਕੀਤਾ ਹੋਇਆ ਤੁਸੀਂ? ਚੁਆਈ ਉਸ ਦੇ ਬਾਰੇ ਅਸੀਂ ਜੀ ਮਸ਼ੀਨ ਤੇ ਚੁਆਈ ਕਰੀ ਦੀ ਹੈ। ਮਸ਼ੀਨ ਤੇ ਚੁਆਈ ਕਰਦੇ ਇਹ ਫਿਰ ਸਾਨੂੰ ਤੁਸੀਂ ਵਿਖਾ ਸਕਦੇ ਜੇ ਕਿੰਨੇ ਵਜੇ ਤੁਸੀਂ ਇਹ ਸ਼ੁਰੂ ਕਰਨਾ ਹੈ ਕੰਮ ਚੋਣ ਦਾ? ਜੀ ਹੁਣ ਸਾਡੀ ਚੁਆਈ ਜਿਹੜੀ ਹੈ ਨਾ 12-12 ਘੰਟੇ ਦੇ ਜਿਹੜਾ ਨਾ ਜੀ ਗੈਪ ਦੇ ਨਾਲ ਅਸੀਂ ਚੁਆਈ ਕਰੀ ਦੀ ਹੈ। ਔਰ ਸਾਡੀ ਚੁਆਈ ਦਾ ਟਾਈਮ ਹੈ ਤਕਰੀਬਨ 6:15 ਵਜੇ ਅਸੀਂ ਸਟਾਰਟ ਕਰਨੇ ਆ ਚੁਆਈ। ਸ਼ਾਮ ਦੀ ਵੀ 6:15 ਵਜੇ, ਸਵੇਰ ਦੀ ਵੀ 6:15 ਵਜੇ ਚੁਆਈ ਹੁੰਦੀ ਹੈ। ਉਹ 6:15 ਵਜੇ ਦੀ ਚੁਆਈ ਸ਼ੁਰੂ ਹੋਵੇਗੀ ਤੇ ਉਹ ਤੁਸੀਂ ਚੁਆਈ ਦੇ ਦੌਰਾਨ ਉਸ ਦੇਖ ਲਿਆ ਜੇ ਕਿ ਮਸ਼ੀਨ ਲੱਗੇਗੀ, ਗਾਏ ਉਹਨਾਂ ਦੀ ਇੱਕ ਜਗ੍ਹਾ ਬਣੀ ਹੋਈ ਹੈ, ਉੱਥੇ ਉਹ ਗਾਏ ਆ ਜਾਣਗੀਆਂ ਮਸ਼ੀਨ ਲਗਾ ਕੇ ਤੇ ਸਾਡੇ ਜਿਹੜੇ ਹੈਲਪਰ ਹੈਗੇ ਨੇ ਉਹ ਉਹਦੀ ਚੁਆਈ ਕਰਨਗੇ। ਬਸ ਤਾਂ ਬਾਈ ਇੱਕ ਹੋਰ ਸਵਾਲ ਬਾਕੀ ਹੈ ਵੀ ਤੁਸੀਂ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ, ਇੰਨੀਆਂ ਮੁਲਾਜ਼ਮਤਾਂ ਕਰਨ ਦੇ ਬਾਵਜੂਦ ਕਾਫੀ ਇਨਪੁਟ ਤਾਂ ਤੁਹਾਨੂੰ ਉੱਧਰੋਂ ਵੀ ਆ ਰਹੀ ਸੀ ਤੇ ਤੁਸੀਂ ਇਹ ਕਿਉਂ ਸੋਚਿਆ ਵੀ ਮੈਨੂੰ ਡੇਅਰੀ ਫਾਰਮ ਵਾਲੀ ਸਾਈਡ ਤੇ ਮੈਂ ਆਵਾਂ? ਤੇ ਨੌਜਵਾਨ ਜਿਹੜੇ ਪੜ੍ਹੇ ਲਿਖੇ ਫਿਰਦੇ ਨੇ ਤੇ ਉਹ ਕਹਿੰਦੇ ਨੇ ਵੀ ਨਹੀਂ ਅਸੀਂ ਤਾਂ ਨੌਕਰੀ ਕਰਨੀ ਹੈ, ਜਾਂ ਉਹ ਨੌਕਰੀ ਉਹਨਾਂ ਨੂੰ ਨਹੀਂ ਮਿਲਦੀ ਹੈਗੀ ਤੇ ਉਹਨਾਂ ਕੋਲ ਜ਼ਮੀਨ ਵੀ ਹੈ ਤੇ ਵਸਾਇਲ ਵੀ ਮੌਜੂਦ ਨੇ ਤੇ ਚਲੋ ਉਹਨਾਂ ਨੂੰ ਇਸ ਸਾਈਡ ਤੇ ਲਿਆਉਣ ਵਾਸਤੇ ਕੀ ਤੁਸੀਂ ਮੁਨਾਸਬ ਮਸ਼ਵਰਾ ਦਿਓਗੇ ਤਾਂ ਕਿ ਉਹ ਇਸ ਫੀਲਡ 'ਚ ਆਵਣ? ਸਰ ਮੈਂ ਇਸ ਹਵਾਲੇ ਨਾਲ ਇਹ ਗੱਲ ਕਰਾਂਗਾ ਕਿ ਇਹ ਜਿਹੜੀ ਕਮਰਸ਼ੀਅਲ ਡੇਅਰੀ ਫਾਰਮਿੰਗ ਦਾ ਜੋ ਕਨਸੈਪਟ ਹੈ ਇਹ ਹੈ ਹੀ ਪੜ੍ਹੇ ਲਿਖੇ ਲੋਕਾਂ ਵਾਸਤੇ ਬੁਨਿਆਦੀ ਤੌਰ ਤੇ। ਅਨਪੜ੍ਹ ਆਦਮੀ ਵਾਸਤੇ ਇਹ ਵਾਲਾ ਫੀਲਡ ਉਹਨੂੰ ਸੂਟ ਨਹੀਂ ਕਰਦਾ ਅਨਲੈਸ ਕਿ ਕੋਈ ਅਨਪੜ੍ਹ ਆਦਮੀ ਇਸ ਤਰ੍ਹਾਂ ਦਾ ਹੋਵੇ ਕਿ ਜਿਹੜਾ ਟੋਰੇ ਫੇਰੇ ਵਾਲਾ ਹੋਵੇ, ਸ਼ਊਰ ਰੱਖਦਾ ਹੋਵੇ, ਨਈ ਜਿੱਦਤ ਨੂੰ ਉਹ ਕਬੂਲ ਕਰਨ ਵਾਸਤੇ ਉਹਦਾ ਜ਼ਿਹਨ ਤਿਆਰ ਹੋਵੇ ਤੇ ਫਿਰ ਤੂੰ ਇਸ ਫੀਲਡ 'ਚ ਸਰਵਾਈਵ ਕਰੇਗਾ। ਤੇ ਮੈਂ ਇਸ ਕੰਮ ਦੇ ਵਿੱਚ ਇਸ ਲਈ ਪਿਆ ਕਿ ਇਹਦੇ ਵਿੱਚ ਰਿਟਰਨ ਓਵਰ ਇਨਵੈਸਟਮੈਂਟ ਅੱਛਾ ਹੈਗਾ। ਇਸ ਕੰਮ ਦੇ ਵਿੱਚ ਜਿਹੜਾ ਉਹ ਤੁਹਾਨੂੰ ਇੱਕ ਮਿਜ਼ਾਜ ਵੀ ਹੁੰਦਾ ਹੈ ਇਨਸਾਨ ਦਾ ਕਿ ਇਨਸਾਨ ਕੰਜਸਟਡ এনवायरमेंट 'ਚ ਕੰਮ ਕਰਨਾ ਚਾਹੁੰਦਾ ਹੈਗਾ ਜਾਂ ਇੱਕ ਖੁੱਲ੍ਹੇ ਮਾਹੌਲ 'ਚ ਕੰਮ ਕਰਨਾ ਚਾਹੁੰਦਾ ਹੈ। ਤੇ ਬਾਕੀ ਜਿਹੜੇ ਨੌਜਵਾਨ ਸੋਚ ਰਹੇ ਨੇ ਇਸ ਫੀਲਡ ਦੇ ਬਾਰੇ ਜਾਂ ਦੀਗਰ ਨੌਜਵਾਨ ਜਿਹੜੇ ਕਿ ਐਮਪਲੋਇਮੈਂਟ ਦੇ ਜਿਨ੍ਹਾਂ ਨੂੰ ਇਸ਼ੂਜ਼ ਆ ਰਹੇ ਨੇ ਉਹ ਬਿਲਕੁਲ ਇਸ ਫੀਲਡ ਦੇ ਬਾਰੇ ਸੋਚਣ ਹੈਗੇ। ਜੋ ਨੌਜਵਾਨ ਇਸ ਫੀਲਡ ਦੇ ਵਿੱਚ ਆਉਣ ਦੇ ਬਾਰੇ ਸੋਚ ਰਹੇ ਨੇ ਜਾਂ ਉਹ ਕਨਫਿਊਜ਼ ਨੇ ਕਿ ਇਹਦੇ 'ਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ, ਉਹਨਾਂ ਵਾਸਤੇ ਮੇਰਾ ਮੈਸੇਜ ਹੈ ਕਿ ਇਸ ਸਭ ਤੋਂ ਪਹਿਲੇ ਤਾਂ ਆਪਣਾ ਐਪਟੀਟਿਊਡ ਉਹ ਦੇਖਣ ਹੈਗੇ ਕਿ ਉਹਨਾਂ ਨੂੰ ਉਹਨਾਂ ਦਾ ਰੁਝਾਨ ਇਸ ਫੀਲਡ ਵੱਲ ਹੈ ਜਾਂ ਨਹੀਂ ਹੈ। ਦੂਸਰੀ ਗੱਲ ਇਹ ਹੈ ਕਿ ਇਹ ਪੂਰਾ ਇੱਕ ਆਰਟ ਹੈ ਔਰ ਇੱਕ ਪੂਰੀ ਸਾਇੰਸ ਹੈ। ਇਹਦੇ ਵਿੱਚ ਅਗਰ ਜੋ ਲੋਕ ਆਉਣਾ ਚਾਹ ਰਹੇ ਨੇ ਉਹ ਇੱਕ ਆਪਣਾ ਮਾਈਂਡ ਮੇਕਅਪ ਕਰਕੇ ਆਉਣ ਕਿ
ਇਹਦੇ ਵਿੱਚ ਅਰਨਿੰਗ ਬੜੀ ਅੱਛੀ ਹੈ, ਲੇਕਿਨ ਇਹਦੇ ਵਾਸਤੇ ਤੁਹਾਨੂੰ ਪਰਸਨਲ ਲੈਵਲ ਤੇ ਤੁਹਾਨੂੰ ਖੁਦ ਚੀਜ਼ਾਂ ਨੂੰ ਐਕਸਪਲੋਰ ਕਰਨਾ ਪਏਗਾ। ਜਾਨਵਰਾਂ ਦੀ ਫੀਡ ਹੈ ਜਾਂ ਇਹਨਾਂ ਦੀ ਹਸਬੈਂਡਰੀ ਹੈ ਜਾਂ ਦੀਗਰ ਮਾਮਲਾਤ ਨੇ, ਇਹਨਾਂ ਨੂੰ ਅੰਡਰਸਟੈਂਡ ਕਰਨ ਵਾਸਤੇ ਇਹਨਾਂ ਦੀ ਨਿਊਟ੍ਰੀਐਂਟਸ ਨੂੰ, ਇਹਨਾਂ ਦੀ ਹੈਲਥ ਦੇ ਹਵਾਲੇ ਨਾਲ ਖੁਦ ذاتی ਤੌਰ ਤੇ ਇਨਵੋਲਵ ਹੋ ਕੇ ਤੇ ਚੀਜ਼ਾਂ ਨੂੰ ਅਗਰ ਅੰਡਰਸਟੈਂਡ ਕਰਕੇ ਤੇ ਉਹ ਕਰ ਸਕਦੇ ਨੇ ਤੇ ਸ਼ੋਭਾ ਬੜਾ ਅੱਛਾ ਹੈਗਾ। ਔਰ ਇਨਸ਼ਾਅੱਲਾ ਇਹਦੇ 'ਚ ਉਹਨਾਂ ਨੂੰ ਜ਼ਰੂਰ ਇਹਦੇ ਵਿੱਚ ਕਿਕਬੈਕ ਉਹਨਾਂ ਵਾਸਤੇ ਮੌਜੂਦ ਹੈ। ਬਸ ਬਈ ਆਖਰੀ ਸਵਾਲ ਵੀ ਕਮ ਅਜ਼ ਕਮ ਸਰਮਾਇਆ ਕਿੰਨਾ ਹੋਣਾ ਚਾਹੀਦਾ ਨੌਜਵਾਨਾਂ ਕੋਲ? ਜੀ ਇਹ ਇਸ ਕੰਮ ਦੇ ਵਿੱਚ ਕੋਈ ਲਿਮਿਟ ਨਹੀਂ ਹੈ। ਇਹ ਕੰਮ ਦੇ ਵਿੱਚ ਜਿਹੜਾ ਹੈ, ਅਗਰ ਤੁਸੀਂ ਇਹਨੂੰ ਕੋਈ 10-15 ਲੱਖ ਤੋਂ ਵੀ ਸਟਾਰਟ ਕਰ ਸਕਦੇ ਹੋ ਤੇ 10-15 ਕਰੋੜ ਤੋਂ ਵੀ ਸਟਾਰਟ ਕਰ ਸਕਦੇ ਹੋ, ਲੇਕਿਨ ਇੰਪੋਰਟੈਂਟ ਚੀਜ਼ ਹੈ ਕਿ ਤੁਹਾਡੀ ਕੰਮ ਤੇ ਗ੍ਰਿਪ ਹੋਣਾ ਜ਼ਰੂਰੀ ਹੈ। ਤੁਹਾਡੀ ਕੰਮ ਤੇ ਗ੍ਰਿਪ ਹੁੰਦੀ ਜਾਏਗੀ, ਤੁਸੀਂ ਇਹਦੇ 'ਚ ਹੋਰ ਇਨਵੈਸਟ ਕਰ ਸਕਦੇ ਹੋ। ਔਰ ਇਹਦੇ ਵਿੱਚ ਸਾਰੇ ਲੈਵਲ ਮੌਜੂਦ ਨੇ, ਮੁਖਤਲਿਫ ਮਾਡਲ ਨੇ। ਉਹ ਤੁਹਾਡਾ ਜਿੰਨਾ ਤੁਹਾਡੇ ਕੋਲ ਇਨਵੈਸਟਮੈਂਟ ਹੈ ਉਹਦੇ ਮੁਤਾਬਕ ਤੁਸੀਂ ਉਹ ਵਾਲਾ ਮਾਡਲ ਅਪਣਾ ਕੇ ਤੇ ਇਹਨੂੰ ਕੈਰੀ ਕਰ ਸਕਦੇ ਹੋ। ਤੇ ਜ਼ਿਆਦਾ ਪੈਸਾ ਜਿਹੜਾ ਬਿਲਡਿੰਗ ਤੇ ਲਗਾਉਣਾ ਜਾਂ ਜਾਨਵਰਾਂ ਤੇ ਲਗਾਉਣਾ? ਕਿ ਬਾਜ਼ ਦੋਸਤ ਨੇ ਬਿਲਡਿੰਗ ਤੇ ਜ਼ਿਆਦਾ ਪੈਸਾ ਲਗਾ ਦਿੰਦੇ ਨੇ ਤੇ ਜਾਨਵਰ ਥੋੜੇ ਵਿੱਚ ਰੱਖਦੇ ਨੇ, ਇਸ ਦੇ ਬਾਰੇ ਵੀ ਦੱਸ ਦਿਓ। ਜਾਨਵਰ ਦੀ ਬਰੀਡ ਅੱਛੀ ਹੋਣੀ ਚਾਹੀਦੀ ਹੈ। ਔਰ ਜਾਨਵਰ, ਮੈਂ ਇਹ ਕਹਿਣਾ ਕਿ ਜਾਨਵਰ ਤੇ ਜਾਨਵਰ ਦੀ ਖੁਰਾਕ, ਇਹਦੇ ਤੇ ਜ਼ਿਆਦਾ ਪੈਸਾ ਲਗਾਉਣਾ ਚਾਹੀਦਾ ਹੈ। ਔਰ ਵਕਤ ਦੇ ਨਾਲ ਬਿਲਡਿੰਗ ਤੇ ਵੀ ਪੈਸਾ, ਉਹਦੇ ਇਨਫਰਾਸਟ੍ਰਕਚਰ ਤੇ ਲਗਾਉਣਾ ਵੀ ਬਹੁਤ ਜ਼ਰੂਰੀ ਹੈ। ਲੇਕਿਨ ਅਗਰ ਪ੍ਰਾਇੋਰਟੀ ਦੀ ਗੱਲ ਕੀਤੀ ਜਾਵੇ ਤੇ ਇਹਨਾਂ ਦੀ ਫੀਡ ਔਰ ਇਹਨਾਂ ਦੀ ਬਰੀਡ, ਇਹਦੇ ਤੇ ਜ਼ਿਆਦਾ ਪੈਸਾ ਤਰਜੀਹ ਬੁਨਿਆਦਾਂ ਤੇ ਲਗਾਉਣਾ ਚਾਹੀਦਾ ਹੈ। ਤੇ ਹੁਣ ਤੁਸੀਂ ਸਾਨੂੰ ਉੱਠ ਕੇ ਵਿਖਾਓ ਆਪਣੇ ਜਾਨਵਰ ਤੇ ਜੀ। ਬਸ ਭਾਈ ਇਹ ਨਸਲਾਂ ਦੱਸ ਦੇਵੇ। ਇਹਦੇ ਵਿੱਚ ਜੀ ਇਹ ਜਿਹੜੀ ਰੈੱਡ ਐਂਡ ਵਾਈਟ ਨਜ਼ਰ ਆ ਰਹੀ ਹੈ ਤੁਹਾਨੂੰ ਗਾਏ, ਇਹ ਡੱਚ ਬਰੀਡ ਹੈ, ਇਹ ਇੰਪੋਰਟਡ ਕਾਓ ਹੈ। ਔਰ ਇੱਕ ਇਹਦੇ ਉਹ 255 ਨੰਬਰ ਖੜੀ ਉਧਰ, ਇਹ 275 ਹੈ, ਉਹ 255 ਹੈ। ਉਹ ਵੀ ਜਿਹੜੀ ਹੈ ਨਾ, ਜਿਹੜੀ ਪਰਲੀ ਸਾਈਡ ਤੇ ਖੜੀ ਹੈ, ਉਹ ਵੀ ਡੱਚ ਬਰੀਡ ਹੈ। ਬਾਕੀ ਜਿਹੜੇ ਜਾਨਵਰ ਇਹਦੇ 'ਚ ਨਜ਼ਰ ਆ ਰਹੇ ਨੇ, ਬਾਕੀ ਸਾਰੇ ਜਾਨਵਰ ਕ੍ਰਾਸ ਐਨੀਮਲ ਨੇ। ਤੇ ਇੱਧਰ ਬੱਚੇ ਵੀ ਹੈਗੇ ਨੇ, ਬੱਚਿਆਂ ਨੂੰ ਤਾਂ ਵਿਖਾਓ ਇਹ ਕਿਹੜੀ ਨਸਲ ਦੇ ਨੇ, ਕਿ ਉਹਨਾਂ ਦੇ ਬੱਚੇ ਨੇ ਮੇਰਾ ਖਿਆਲ ਹੈ। ਹਾਂਜੀ, ਇਹ ਇਹਨਾਂ ਜਾਨਵਰਾਂ ਦੇ ਹੀ ਬੱਚੇ ਨੇ। ਇਹਨਾਂ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਏਜ ਦਾ ਇਹ ਬੜਾ ਮੇਲ ਹੈ, ਬੱਚਾ ਹੈਗਾ। ਇਹ 2 ਨੰਬਰ ਗਾਏ ਦਾ ਬੱਚਾ ਹੈ। ਔਰ ਇਹ ਵੀ ਅਸੀਂ ਇਹਨੂੰ ਕ੍ਰਾਸ ਹੀ ਕਵਾਂਗੇ ਕਿਉਂਕਿ ਇਹਦੀ ਮਦਰ ਕ੍ਰਾਸ ਹੈਗੀ ਹੈ। ਤੇ ਇਹ ਜਿਹੜੇ ਉਹ ਜਿਹੜੀ ਹੈ ਸਾਹਮਣੇ ਜੋ ਹੈ, ਇਹ ਜਿਹੜੀ ਡੱਬ ਦੇ ਵਿੱਚ ਨਜ਼ਰ ਆ ਰਹੀ ਹੈ ਪ੍ਰਿੰਟ 'ਚ, ਇਹ ਵੱਛੀ ਹੈ। ਔਰ ਇਹ ਵੀ ਇਹਦੀ ਮਦਰ ਕ੍ਰਾਸ ਹੈ, ਲੇਕਿਨ ਇਹ ਵੱਛੀ ਦੇ ਜਿਹੜੇ ਖਵਾਸ ਨੇ ਇਹ ਜ਼ਿਆਦਾਤਰ ਪਿਓਰ ਵਾਲੇ ਲੱਗ ਰਹੇ ਨੇ, ਕਿਉਂਕਿ ਪਿਓਰ ਵਲੈਤੀ, ਕਿਉਂਕਿ ਸੀਮਨ ਜਿਹੜਾ ਉਹ ਪਿਓਰ ਇੰਪੋਰਟਡ ਇਹਨਾਂ ਨੂੰ ਰਖਵਾਏ ਜਾਂਦੇ ਨੇ ਤੇ ਉਹ ਫਿਰ ਸੀਮਨ ਦੇ ਜਿਹੜੇ ਖਵਾਸ ਨੇ ਉਹ ਜ਼ਿਆਦਾ ਲੈ ਕੇ ਆਈ ਹੈ। ਇਹ ਦੋ ਜਿਹੜੇ ਨੇ ਇਹਨਾਂ 'ਚ ਵੀ ਇੱਕ ਵੱਛਾ ਹੈ, ਇੱਕ ਵੱਛੀ ਹੈ। ਔਰ ਇਹ ਦੋਨੋਂ ਕ੍ਰਾਸ ਹੈਗੇ ਨੇ। ਇਹਨਾਂ ਦੇ ਵਿੱਚ ਇੱਕ ਵੱਛਾ ਜਿਹੜਾ ਹੈ ਨਾ ਜੀ, ਉਹ ਸਾਡਾ ਪਿਓਰ ਹੈਗਾ। ਇਹ ਬੇਲਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਸਾਈਲੇਜ ਦੀਆਂ ਬੇਲਾਂ ਨੇ। ਇਹ ਅਸੀਂ ਫਿਲਹਾਲ ਅਸੀਂ ਬੇਲਾਂ ਇਹ ਪਰਚੇਜ਼ ਕਰ ਰਹੇ ਹਾਂ, ਲੇਕਿਨ ਅੱਗੇ ਅਸੀਂ ਪਲਾਨ ਕਰ ਰਹੇ ਹਾਂ ਆਪਣਾ, ਅਸੀਂ ਗਰੋ ਕਰ ਰਹੇ ਹਾਂ ਮੱਕੀ, ਔਰ ਉਹਦਾ ਅਸੀਂ ਸਾਈਲੇਜ ਲਾਵਾਂਗੇ। ਇਹ ਸਾਡੀ ਮਿਲਕਿੰਗ ਪਲੇਸ ਹੈ। ਇੱਥੇ ਅਸੀਂ 2 ਜਾਨਵਰਾਂ ਦੀ ਐਟ ਅ ਟਾਈਮ ਮਿਲਕਿੰਗ ਕਰੀਦੀ ਹੈ। ਇਹ ਮਿਲਕਿੰਗ ਮਸ਼ੀਨ ਜਿਹੜੀ ਸਾਡੀ ਹੈ ਡਬਲ ਕਲਸਟਰ ਹੈ, ਇਹ 2 ਜਾਨਵਰਾਂ ਨੂੰ ਐਟ ਅ ਟਾਈਮ ਲੱਗ ਜਾਂਦੀ ਹੈ। ਔਰ ਇੱਕ ਵਕਤ 2 ਜਾਨਵਰਾਂ ਦੀ ਚੁਆਈ ਹੁੰਦੀ, ਤਕਰੀਬਨ 5 ਤੋਂ 10 ਮਿੰਟ ਜਿਹੜਾ ਹੈ ਨਾ ਇੱਕ ਜਾਨਵਰ ਦੀ ਚੁਆਈ ਦਾ ਇਹ ਵਕਤ ਹੈ। ਇਹ ਨਾਲ ਸਾਡਾ ਇੱਧਰ ਟੋਕਾ ਪਿਆ ਹੈਗਾ, ਇੱਧਰ ਅਸੀਂ ਚਾਰਾ ਕੁਤਰੀ ਦਾ ਤੇ ਇਹ ਮਤਲਬ ਹੈ ਅਸੀਂ ਨਾਲ ਜਿੱਧਰ ਜਨਰੇਟਰ ਰੱਖਿਆ ਹੋਇਆ ਹੈ। ਚੁਆਈ ਟਾਈਮ ਅਗਰ ਕੋਈ ਲਾਈਟ ਦਾ ਇਸ਼ੂ ਆ ਜਾਏ ਤਾਂ ਫਿਰ ਅਸੀਂ ਜਨਰੇਟਰ ਔਨ ਕਰ ਲੈਂਦੇ ਹਾਂ। ਇਹ ਸਾਡਾ ਮੇਨ ਜਿਹੜਾ ਹੈਗਾ ਇਹਨਾਂ ਦੀ ਹਸਬੈਂਡਰੀ ਹੈ। ਇਹਦੇ 'ਚ ਓਪਨ ਏਰੀਆ ਹੈ, ਉੱਪਰ ਬਾਂਸ ਲੱਗੇ ਹੋਏ ਨੇ, ਉਹਨੂੰ ਥੋੜ੍ਹਾ ਜਿਹਾ ਅਸੀਂ ਐਕਸਟੈਂਡ ਕੀਤਾ ਹੈ। ਇਹ ਸਾਡਾ ਕਵਰਡ ਏਰੀਆ ਹੈਗਾ। ਇਹ ਜਿਹੜੀ ਮਸ਼ੀਨ ਦੇ ਬਾਰੇ, ਇਹ ਜਿਹੜੀ ਮਸ਼ੀਨ ਹੈ ਇਹ ਮੇਡ ਇਨ ਪਾਕਿਸਤਾਨ ਹੈ, ਮੇਡ ਇਨ ਚਾਈਨਾ ਹੈ, ਜਾਂ ਇਸ ਨੂੰ ਆਪਾਂ ਖਰੀਦਣ 'ਤੇ ਕਿੰਨਾ ਸਰਮਾਇਆ ਲੱਗਿਆ? ਨਹੀਂ ਜੀ, ਇਹ ਮਸ਼ੀਨ ਜਿਹੜੀ ਹੈ ਨਾ ਇਹ ਤੁਰਕੀ ਤੋਂ ਇੰਪੋਰਟਡ ਮਸ਼ੀਨ ਹੈ। ਔਰ ਮਸ਼ੀਨਾਂ ਜ਼ਿਆਦਾਤਰ ਜਿਤਨੀਆਂ ਵੀ ਇੰਪੋਰਟਡ ਆ ਰਹੀਆਂ ਨੇ ਉਹਦੇ 'ਚ ਮੇਨਲੀ ਤੁਰਕੀ ਤੋਂ ਲੋਕ ਪਾਕਿਸਤਾਨੀ ਇੰਪੋਰਟ ਕਰ ਰਹੇ ਨੇ। ਪਾਕਿਸਤਾਨੀ ਮਸ਼ੀਨ ਵੀ ਮਾਰਕੀਟ ਦਸਤਿਆਬ ਹੈ, ਲੇਕਿਨ ਤੁਰਕੀ ਦੀ ਮਸ਼ੀਨ 'ਤੇ ਅਸੀਂ ਜ਼ਿਆਦਾ ਟਰਸਟ ਕਰਨੇ ਹਾਂ। ਅਤੇ ਇਹਨਾਂ ਦੀ ਕਾਸਟ ਜਿਹੜੀ ਹੈ ਨਾ, ਇਹਦੇ 'ਚ ਕੋਈ 3 ਟਾਈਪ ਦੀਆਂ ਮਸ਼ੀਨਾਂ ਆ ਜਾਂਦੀਆਂ ਨੇ।
एक सिंगल क्लस्टर सिंगल बकेट है, डबल क्लस्टर डबल बकेट है और डबल क्लस्टर सिंगल बकेट है। ये जी साढ़े कोल मशीन तुहानू नज़र आ रही है, ये मशीन जी है डबल क्लस्टर से सिंगल बकेट है। इन्हों की जी प्राइस है ये ऑलमोस्ट 1,20,000 1,15,000। ये जी डबल क्लस्टर सिंगल बकेट है या 1,25,000 तक इनकी प्राइस है मार्केट। छोटा इनू खोल के दोबारा चेक करा ਵਿੱਚ ਇਹਦਾ ਕੀ ਮਕਸਦ ਹੈ ਜੀ ਅੱਗੇ ਇਹਦੀ ਇਹ ਸਰ ਜਿਹੜੀ ਇਹਦਾ ਮੇਨ ਜਿਹੜੀ ਹੈ ਨਾ ਲਾਈਨਾਂ ਆ ਰਹੀਆਂ ਨੇ, ਇਹ ਲਾਈਨ ਜਿਹੜੀ ਹੈ ਇਹ ਪ੍ਰੈਸ਼ਰ ਦੀ ਲਾਈਨ ਹੈ ਔਰ ਇਹ ਜਿਹੜੀ ਥੱਲੇ ਤੁਸੀਂ ਜੋ ਚੀਜ਼ ਦੇ ਬਾਰੇ ਪੁੱਛ ਰਹੇ ਹੋ ਇਹਦਾ ਤਾਲੁਕ ਇਹ ਪ੍ਰੈਸ਼ਰ ਦੇ ਰਿਲੇਟਡ ਹੈ ਕਿ ਪ੍ਰੈਸ਼ਰ ਟੈਕਨੋਲੋਜੀ ਨਾਲ ਇਹਦਾ ਤਾਲੁਕ ਹੈ। ਇਸ ਤੋਂ ਇਲਾਵਾ ਬਾਕੀ ਹੈ ਜਿਹੜੀਆਂ ਦੂਸਰੀਆਂ ਲਾਈਨਾਂ ਨੇ ਇਹ ਮਿਲਕਿੰਗ ਲਾਈਨਾਂ ਆ ਰਹੀਆਂ ਹੈਗੀਆਂ ਨੇ। ਇਹ ਕਲਸਟਰ ਹੈ, ਇਹਨਾਂ ਨੂੰ ਜਿਹੜਾ ਹੈ ਨਾ ਜੀ ਇਸ ਤਰ੍ਹਾਂ ਜਾਨਵਰ ਦੇ ਥੱਲੇ ਲਿਜਾ ਕੇ ਔਰ ਇਹ ਚਾਰੋਂ ਜਿਹੜੇ ਨਾ ਇੰਜ ਥੱਲੋਂ ਦੀ ਜਾਨਵਰ ਉਹਦੇ ਥਣਾਂ ਨੂੰ ਲਗਾ ਦਿੱਤੇ ਜਾਂਦੇ ਨੇ ਤੇ ਦੂਸਰਾ ਕਲਸਟਰ ਵੀ ਲਗਾ ਦਿੱਤਾ ਜਾਂਦਾ ਹੈਗਾ ਔਰ ਮਿਲਕਿੰਗ ਸਟਾਰਟ ਹੋ ਜਾਂਦੀ ਹੈ। ਕਿਹੜੀ ਜਾਣੀ ਹੈ ਨਾਲ ਇਹਦੇ ਨਾਲ ਚਾਹ नहीं देता हूँ। दोस्तों
ਇਹ ਮਸ਼ੀਨਾਂ ਫਿੱਟ ਹੋ ਗਈਆਂ ਨੇ ਤੇ ਦੁੱਧ ਨਿਕਲ ਰਿਹਾ ਹੈ। ਚੈੱਕ ਕਰ ਸਕਦੇ ਜੋ, ਇਹ ਵੇਖ ਸਕਦੇ ਜੀ। बस तो भाई ਤੁਹਾਡੀ ਬੜੀ ਮਿਹਰਬਾਨੀ, ਸ਼ੁਕਰੀਆ। ਤੁਸੀਂ ਬੜਾ ਕੀਮਤੀ ਟਾਈਮ ਦਿੱਤਾ, ਬੜੇ ਕੀਮਤੀ ਮਸ਼ਵਰੇ ਦਿੱਤੇ ਸਾਰੇ ਦੋਸਤਾਂ ਨੂੰ, ਤੇ ਤੁਹਾਡਾ ਵੀ ਸ਼ੁਕਰੀਆ ਅਦਾ ਕਰਨੇ ਆ, ਤੇ ਵੇਖਣ ਵਾਲਿਆਂ ਦਾ ਵੀ ਸ਼ੁਕਰੀਆ ਅਦਾ ਕਰਨੇ ਆ, ਤੇ ਓਵਰਸੀਜ਼ ਪਾਕਿਸਤਾਨੀਆਂ ਦਾ ਵੀ ਸ਼ੁਕਰੀਆ ਅਦਾ ਕਰਨਾ ਜਿਹੜਾ ਮੇਰਾ ਚੈਨਲ ਬੜੇ ਸ਼ੌਕ ਨਾਲ ਵੇਖਦੇ ਨੇ। ਤੇ ਹੁਣ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਚਾਹਨਾ। ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।